कहा करे जग सुपने ज्यों जान, इनमें कछ तेरो नहीं नानक कहयो बखान। जदों अंदर दुरमत आउंदी है ਜਾਂ ਮਨ ਦਾ ਮਾਣ ਆ ਜਾਂਦਾ ਹੈ, ਫਿਰ ਅਨਿਤ ਹੈ ਜਿਹੜਾ, ਬਿਨਸਨਹਾਰ ਹੈ ਜਿਹੜਾ ਬੰਦਾ, ਉਸ ਨੂੰ ਫੜ ਕੇ ਗੁਮਾਨ ਹੰਕਾਰ ਕਰਦਾ ਰਹਿੰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨਾ, ਇਹ ਕੰਮ ਨਾ ਕੀਤਾ ਜਾਏ। ਬਿਨਸਨਹਾਰ ਚੀਜ਼ਾਂ ਨੂੰ ਫੜ ਕੇ ਤੂੰ ਮਾਣ ਹੰਕਾਰ ਨਾ ਕਰੀ। ਇਹ ਤਾਂ ਇਸੇ ਤਰ੍ਹਾਂ ਹੈ ਜਿਵੇਂ ਕੋਈ ਸੁਪਨੇ ਦੇ ਅੰਦਰ ਕੁਝ ਪ੍ਰਾਪਤੀ ਕਰ ਲੈ ਅਤੇ ਜਦੋਂ ਅੱਖਾਂ ਖੁੱਲ੍ਹੀਆਂ, ਸੁਪਨੇ ਵਿੱਚ ਜੋ ਕੁਝ ਮਿਲਿਆ ਉਹ ਸੁਪਨੇ 'ਚ ਹੀ ਰਹਿ ਜਾਣਾ, ਉਹ ਬਾਹਰ ਨਹੀਂ ਆਉਣਾ। ਗੁਰਦੇਵ ਕਹਿੰਦੇ ਇਸੇ ਤਰ੍ਹਾਂ ਜਿਹੜਾ ਤਮਾਸ਼ਾ ਹੈ ਇਹ ਸੁਪਨੇ ਵਰਗਾ ਹੈ। ਹਾਂ, ਜਿੰਨਾ ਚਿਰ ਤੱਕ ਕੋਈ ਮਨੁੱਖ ਸੁੱਤਾ ਹੋਏ ਸੁਪਨਾ ਸੱਚ ਪ੍ਰਤੀਤ ਹੁੰਦਾ। ਜਦੋਂ ਜਾਗ ਜਾਏ ਸੁਪਨੇ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ। ਜਿੰਨਾ ਚਿਰ ਤੱਕ ਕੋਈ ਜੀਵ ਸੁੱਤਾ ਹੈ, ਅੰਨਾ ਹੈ, ਬਾਣੀ ਕਹਿੰਦੀ ਬੇਸਮਝੀ ਹੈ, ਉਹਨੂੰ ਸੱਚ ਨਹੀਂ ਦਿਸਣਾ। ਜਿਵੇਂ ਬਾਹਰ ਦਾ ਹਨੇਰਾ ਹੋਏ ਚੀਜ਼ਾਂ ਨਹੀਂ ਦਿਸਣਗੀਆਂ, ਅੰਦਰ ਅਗਿਆਨਤਾ ਦਾ ਹਨੇਰਾ ਹੋਏ ਸੁਰਤ ਨਹੀਂ ਹੈ, ਫਿਰ ਸੱਚ ਨਹੀਂ ਦਿਸੇਗਾ, ਅਸਲੀਅਤ ਦਾ ਬੋਧ ਨਹੀਂ ਹੋਣਾ। ਬਾਹਰ ਦਾ ਹਨੇਰਾ ਜਿਵੇਂ, ਜਾਂ ਕਿਸੇ ਕੋਲ ਨੇਤਰ ਅੱਖਾਂ ਨਹੀਂ, ਕੁਝ ਨਹੀਂ ਉਹਨੂੰ ਦਿਸਦਾ, ਪਦਾਰਥ ਨਹੀਂ ਦਿਸਦਾ। ਅਤੇ ਜਿਹਦੇ ਕੋਲ ਅੰਦਰ ਦੀ ਸਮਝ ਸੋਝੀ ਨਹੀਂ ਹੈ ਉਹਨੂੰ ਪਰਮਾਰਥ ਵੀ ਜੀਵਨ 'ਚ ਕਦੇ ਪ੍ਰਾਪਤ ਨਹੀਂ ਹੁੰਦਾ। ਪਰ ਗੁਰਦੇਵ ਕਹਿੰਦੇ ਵੀ ਬੜੀ ਜੀਵਨ ਦੀ ਅਣਹੋਣੀ ਹੈ। ਸਾਹਿਬ ਨੇ ਤੇ ਕਿਹਾ ਮੇਰੀ ਸਮਝ ਵਿੱਚ ਅੰਨੇ ਬੇਸਮਝ ਉਹ ਹੀ ਨੇ ਜਿਨ੍ਹਾਂ ਕੋਲ ਅੰਦਰ ਦੀਆਂ ਅੱਖਾਂ ਨੇ। ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾ ਹੈ, ਅੰਧੇ ਸੇਈ ਨਾਨਕਾ ਖਸਮੋਂ ਕੁੱਥੇ ਜਾਹੇ। ਉਹਨਾਂ ਨੂੰ ਨਾ ਅੰਨੇ ਕਹੀਏ ਜਿਨ੍ਹਾਂ ਨੂੰ ਚੀਜ਼ਾਂ ਨਹੀਂ ਦਿਸਦੀਆਂ। ਕੋਈ ਗੱਲ ਨਹੀਂ, ਕਰੋੜਾਂ 'ਚੋਂ ਕੋਈ ਹੋਣਗੇ, ਠੀਕ ਹੈ, ਬਹੁਤ ਥੋੜ੍ਹੀ ਗਿਣਤੀ ਹੈ। ਪਰ ਐਸਿਆਂ ਦੇ ਨਾਲ ਸਮਾਜ ਦੁਨੀਆ ਭਰੀ ਪਈ ਹੈ ਜਿਹੜੇ ਅੰਦਰ ਤੋਂ ਅੰਨੇ ਨੇ। ਕੋਈ ਬੋਧ ਨਹੀਂ ਜੀਵਨ ਦਾ। ਹਾਂ, ਚੇਤਨਤਾ ਹੈ, ਅਸੀਂ ਸੁਚੇਤ ਹਾਂ, ਗੁਰਮੁਖੋ ਯਾਦ ਰੱਖਿਓ। ਪਰ ਬਹੁਤ ਵਾਰ ਬੰਦਾ ਬਾਹਰ ਵਾਸਤੇ ਸੁਚੇਤ ਹੈ, ਚੀਜ਼ਾਂ ਵਾਸਤੇ ਸੁਚੇਤ ਹੈ, ਆਪਣੇ ਵਾਸਤੇ ਨਹੀਂ। ਇਹ ਪਤਾ ਹੁੰਦਾ ਵੀ ਕਾਰ ਵਿੱਚ ਮੈਂ ਫਿਊਲ ਕਿੱਥੋਂ ਪਾਉਣਾ ਹੈ, ਕਿਹੜੇ ਪੰਪ ਤੋਂ ਚੰਗਾ ਮਿਲਦਾ ਹੈ। ਆਪਣਾ ਨਹੀਂ ਪਤਾ ਹੁੰਦਾ ਵੀ ਮੈਂ ਆਪਣੇ ਆਪ ਨੂੰ ਕੀ ਖਵਾਉਣਾ। ਇਹ ਨਹੀਂ ਵੇਖਦਾ ਵੀ ਕਿਹੜੀਆਂ ਵਿਚਾਰਾਂ ਅੰਦਰ ਆਉਣੀਆਂ ਨੇ, ਕੀ ਮੈਂ ਅੰਦਰ ਆਉਣ ਦੇਣਾ ਹੈ, ਕੀ ਮੈਂ ਨਹੀਂ ਆਉਣ ਦੇਣਾ। ਆ ਜਿਹੜੇ ਸਾਡੇ ਦੁਆਰ ਨੇ ਮਾਲਕ ਨੇ ਬਖਸ਼ੇ ਨੇ, ਅਤੇ ਦਰਵਾਜ਼ੇ ਦਾ ਕੰਮ ਕੀ ਹੁੰਦਾ ਹੈ? ਦਰਵਾਜ਼ੇ 'ਚ ਬੰਦੇ ਨੇ ਬਹਿਣਾ ਵੀ ਨਹੀਂ ਹੁੰਦਾ, ਸੌਣਾ ਵੀ ਨਹੀਂ ਹੁੰਦਾ, ਰਹਿਣਾ ਵੀ ਨਹੀਂ ਹੁੰਦਾ। ਦਰਵਾਜ਼ਾ ਤੇ ਕਿਸੇ ਨੂੰ ਅੰਦਰ ਜਾਣ ਦਿੰਦਾ ਹੈ, ਅੰਦਰ ਵਾਲਾ ਦਰਵਾਜ਼ੇ ਰਾਹੀਂ ਬਾਹਰ ਜਾ ਸਕਦਾ। ਆਉਣ ਜਾਣ ਦਾ ਕੰਮ ਦਰਵਾਜ਼ਾ ਕਰਦਾ ਹੈ। ਅਤੇ ਆਹ ਜਿਹੜੇ ਦਰਵਾਜ਼ੇ ਨੇ ਨੇਤਰਾਂ ਦੇ, ਸਰੋਣ ਦੇ, ਰਸਨਾ ਦੇ, ਰੱਬ ਦੇ ਪਿਆਰੇ ਨੇ ਕਿਹਾ ਮੂੰਦ ਲਈਏ ਦਰਵਾਜ਼ੇ। ਸਮਝ ਆ ਗਈ ਨਾ? ਵੇਖਿਆ ਵੀ ਸਮਝ ਸੀ, ਚੇਤਨਤਾ ਸੀ। ਜਦੋਂ ਕੂੜ ਸੀ ਦਰਵਾਜ਼ਾ ਮੂੰਦ ਲਿਆ, ਨਜ਼ਰ ਅੰਦਾਜ਼ ਕਰਤਾ ਵੀ ਨਹੀਂ, ਇਹਨੂੰ ਨਹੀਂ ਮੈਂ ਅੰਦਰ ਆਉਣ ਦੇਣਾ। ਬਾਜੀ ਲੈ ਅਨਹਦ ਬਾਜੇ। ਅਤੇ ਜਿਹਨੂੰ ਸਮਝ ਨਹੀਂ ਸੀ ਉਹ ਫਿਰ ਜੋ ਵੀ ਬਾਹਰ ਦੀ ਮਲੀਨਤਾ ਉਸਨੇ ਅੰਦਰ ਇਕੱਠੀ ਕਰ ਲਈ। ਅੱਖਾਂ ਰਾਹੀਂ, ਕੰਨਾਂ ਰਾਹੀਂ, ਜਿਹੜੇ 5 ਗਿਆਨ ਇੰਦਰੇ ਨੇ ਉਹਨਾਂ ਰਾਹੀਂ, ਅਤੇ ਜੀਵਨ ਪੂਰਾ ਮੈਲ ਦੇ ਨਾਲ ਹੀ ਭਰ ਗਿਆ। ਮਨ ਦੀ ਅਸਲੀ ਅਵਸਥਾ ਹੀ ਗਵਾਚ ਗਈ। ਜਿਵੇਂ ਕਿਸੇ ਚੀਜ਼ 'ਤੇ ਨਾ, ਮੈਂ ਅਕਸਰ ਬੇਨਤੀ ਕਰਦਾ, ਮੈਲ ਹੈ ਨਾ ਜਿਹੜੀ, ਅਗਿਆਨਤਾ ਕਹਿ ਲਈਏ, ਮੈਲ ਹੈ, 2 ਕੰਮ ਕਰਦੀ। ਇੱਕ ਪਛਾਣ ਭੁਲਾ ਦਿੰਦੀ ਹੈ, ਇੱਕ ਮਾਲਕ ਤੋਂ ਦੂਰੀ ਪੈਦਾ ਕਰ ਦਿੰਦੀ ਹੈ। 2 ਕੰਮ ਕਰਨੇ ਨੇ।
ਤੇ ਜੋ ਕੁਝ ਅੰਦਰ ਆਈ ਗਿਆ, ਮਨ ਇੰਨਾ ਕੁ ਮੈਲਾ ਹੋ ਗਿਆ, ਆਪਣੇ ਅਸਲੇ ਨਾਲੋਂ ਵੀ ਦੂਰ ਹੋ ਗਿਆ, ਪਛਾਣ ਵੀ ਭੁੱਲ ਗਿਆ। ਫਿਰ ਗੁਰੂ ਕਿਰਪਾ ਕਰਦਾ, ਇਸ ਨੂੰ ਸਮਝ ਸੋਝੀ ਗੁਰੂ ਦਿੰਦਾ। ਗੁਰੂ ਕਦੇ ਵੀ ਅੱਕਦਾ ਨਹੀਂ ਹੈ। ਭਾਵੇਂ ਸਾਡੇ ਮਨ ਦਾ ਸੁਭਾਅ ਹੈ ਬਾਰ-ਬਾਰ ਭੱਜ ਜਾਣਾ, ਬਹਿਣਾ ਬੜਾ ਔਖਾ ਲੱਗਦਾ ਹੈ, ਪਰ ਗੁਰੂ ਦਾ ਸੁਭਾਅ ਹੈ ਬਾਰ-ਬਾਰ ਸਮਝਾਉਣਾ, ਬਾਰ-ਬਾਰ। ਗੁਰੂ ਨਹੀਂ ਕਦੇ ਅੱਕਦਾ। ਗੁਰੂ ਪ੍ਰੇਰਣਾ ਦਿੰਦਾ ਰਹਿੰਦਾ। ਬਾਣੀ ਗੁਰੂ ਹੋਕਾ ਦਿੰਦਾ ਹੀ ਰਹਿੰਦਾ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਗੁਰੂ ਨੇ ਕਹਿਣਾ ਹੀ ਰਹਿਣਾ, ਨਿਰੰਤਰ ਹੀ ਗੁਰੂ ਕਹਿੰਦਾ ਰਹਿੰਦਾ, ਤਾਂ ਜੋ ਇਹ ਅੰਦਰ ਦੀ ਮਲੀਨਤਾ ਹੈ ਇਹ ਦੂਰ ਹੋ ਸਕੇ। ਕੂੜ ਦੀ ਜਿਹੜੀ ਪਾਲ ਹੈ, ਜਿਸ ਅਗਿਆਨਤਾ ਵਿੱਚ ਰਹਿਣ ਦੇ ਆਪਾਂ ਆਦੀ ਹੋ ਗਏ ਹਾਂ, ਉਹਦੇ ਚੋਂ ਬਾਹਰ ਨਿਕਲ ਸਕੀਏ। ਤੇ ਇਹ ਕੇਵਲ ਤਾਂ ਕੇਵਲ ਗੁਰੂ ਕੰਮ ਕਰਦਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਨੇਰਾ ਠੇਡਾ ਜ਼ਰੂਰ ਮਾਰੇਗਾ। ਹਨੇਰਾ ਦੋ ਕੰਮ ਖਾਸ ਤੌਰ ਤੇ ਕਰਦਾ। ਹਨੇਰੇ ਦਾ ਠੋਕਰ ਦੇ ਨਾਲ ਸੰਬੰਧ ਹੈ, ਹਨੇਰੇ ਦਾ ਡਰ ਨਾਲ ਬੜਾ ਗੂੜਾ ਸੰਬੰਧ ਹੈ। ਤੇ ਜਿਹੜੀ ਅੰਦਰ ਦੀ ਅਗਿਆਨਤਾ ਹੈ, ਠੋਕਰਾਂ ਵੀ ਜੀਵਨ ਬੜਾ ਖਾਂਦਾ ਹੈ। ਪਾਪੀ ਕਰਮ ਕਮਾਉਂਦੇ ਕਰਦੇ, ਹਾਏ ਹਾਏ ਫਿਰ ਹਾਏ ਕਰਦੇ, ਦੁੱਖ ਪਾਉਂਦਾ, ਤੇ ਉਹਦੇ ਅੰਦਰ ਡਰ ਭੈ ਵੀ ਬੜੇ ਬਣੇ ਰਹਿੰਦੇ ਨੇ। ਫਿਰ ਗੁਰੂ ਕਿਰਪਾ ਕਰਦਾ, ਇਸ ਝੂਠ ਦੀ ਨੀਂਦ ਤੋਂ ਸਾਨੂੰ ਜਗਾਉਂਦਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਪ੍ਰਗਾਸ ਦਾ ਅਰਥ ਹੈ ਚਾਨਣ, ਚਾਨਣ ਦਾ ਅਰਥ ਹੈ ਅਨੁਭਵ। ਸਾਹਿਬ ਜੀ ਕਹਿੰਦੇ ਫਿਰ ਅੰਦਰ ਦਾ ਹੀ ਅਨੁਭਵ ਪ੍ਰਗਟ ਹੋਇਆ। ਪੂਰਨ ਤੌਰ ਤੇ ਉਹ ਜੀਵਨ ਪ੍ਰਗਾਸ ਸੋਝੀ ਨਾਲ ਭਰ ਗਿਆ, ਜਿਹਨੂੰ ਇਸ ਸੁਪਨੇ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਤਿਗੁਰੂ ਬਾਰ-ਬਾਰ ਇਸ ਸੁਪਨੇ ਦਾ ਜ਼ਿਕਰ ਕਰਦੇ ਨੇ, ਪਸਾਰੇ ਦਾ ਜ਼ਿਕਰ ਕਰਦੇ ਨੇ। ਕਿਉਂ? ਸਰੀਰ ਨਹੀਂ ਸਤਿਗੁਰ ਸਾਡਾ ਇਹਦੇ ਚੋਂ ਬਾਹਰ ਕੱਢਣਾ ਚਾਹੁੰਦੇ, ਸਾਡੀ ਸੁਰਤ ਨੂੰ ਬਾਹਰ ਕੱਢਣਾ ਚਾਹੁੰਦੇ ਨੇ। ਪਰਿਵਾਰ ਨਹੀਂ ਸਤਿਗੁਰ ਸਾਡਾ ਛੁਡਾਉਣਾ ਚਾਹੁੰਦੇ। ਵੈਰਾਗ ਸਤਿਗੁਰ ਦੇ ਰਹੇ ਨੇ, ਮਨ ਦਾ ਵੈਰਾਗ ਦੇ ਰਹੇ ਨੇ, ਤਾਂ ਜੋ ਇਹਦੇ 'ਚ ਰਹਿੰਦਿਆਂ ਹੀ ਅਸੀਂ ਨਿਰਲੇਪ ਰਹਿ ਸਕੀਏ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਭਾਈ ਕਿਉਂ ਮਾਣ ਕਰਦੇ? ਝੂਠੈ ਮਾਨ ਕਹਾ ਕਰੇ। ਕਿਉਂ ਕਰਦਾ? ਤੇਰਾ ਹੈ ਹੀ ਨਹੀਂ, ਸੁਪਨਿਆਂ 'ਚ ਕਿਉਂ ਜਿਉਣਾ? ਤੇ ਉਹ ਸੁਪਨੇ ਨੇ ਤੈਨੂੰ ਕੁਝ ਨਹੀਂ ਦੇ ਦੇਣਾ। ਕੋਈ ਬੰਦਾ ਕਿਸੇ ਨਗਰ 'ਚੋਂ ਆਟਾ ਮੰਗਿਆ, ਅੱਜ ਥੋੜ੍ਹਾ ਜਿਹਾ ਮੰਗਤੇ ਨੂੰ ਆਟਾ ਜ਼ਿਆਦਾ ਹੋ ਗਿਆ, ਮਨ ਸੁਪਨਿਆਂ ਚਲਾ ਗਿਆ। ਪਰਤਦਿਆਂ ਹੋਇਆਂ ਰਾਹ 'ਚ ਪੈ ਗਿਆ ਲੰਮੇ, ਆਟਾ ਉੱਪਰ ਬੰਨ੍ਹ ਲਿਆ ਰੁੱਖ ਦੀ ਟਾਹਣੀ ਨਾਲ, ਵੀ ਕੋਈ ਆ ਕੇ ਜਾਨਵਰ ਖਾ ਹੀ ਨਾ ਲਏ, ਮੈਂ ਸੁੱਤਾ ਹਾਂ। ਹੁਣ ਸੁੱਤੇ ਖਿਆਲ ਕਰਦਾ ਵੀ ਆਟਾ ਵੇਚ ਕੇ ਮੈਂ ਆਂਡੇ ਲਊਂਗਾ, ਆਂਡਿਆਂ ਦੀਆਂ ਮੁਰਗੀਆਂ ਆਉਣਗੀਆਂ, ਮੁਰਗੀਆਂ ਵੇਚ ਕੇ ਮੱਝਾਂ ਲੈ ਲੈਣੀਆਂ, ਮੱਝਾਂ ਵੇਚ ਕੇ ਮੈਂ ਸੁੱਤਾ ਹੋਇਆ ਖੇਤ ਲੈ ਲਏ, ਜ਼ਿਮੀਂਦਾਰ ਬਣ ਗਿਆ। ਕਿਸੇ ਗਵਾਂਢ ਦੀਆਂ ਮੱਝਾਂ ਆ ਕੇ ਖੇਤਾਂ 'ਚ ਪਈਆਂ, ਗੁੱਸੇ ਨਾਲ ਭੱਜ ਕੇ ਗਿਆ, ਡਾਂਗ ਚੁੱਕ ਕੇ ਮਾਰੀ ਮੱਝ ਦੇ, ਤੇ ਕੀ ਹੋਇਆ? ਜਿਹੜੀ ਡਾਂਗ ਆਪਣੇ ਲਾਗੇ ਸੋਟੀ ਪਈ ਸੀ, ਚੁੱਕ ਕੇ ਉਹ ਸੁੱਤੇ ਸੁੱਤੇ ਨੇ ਉੱਤੇ ਆਟੇ ਨਾਲ ਮਾਰਤੀ, ਸਾਰਾ ਮੂੰਹ ਆਟੇ ਨਾਲ ਭਰ ਗਿਆ। ਆਖਰ ਸਖਣੇ ਦਾ ਸਖਣਾ ਹੀ ਰਹਿ ਗਿਆ। ਕਿੰਨੀਆਂ ਕਲਪਨਾਵਾਂ ਕੀਤੀਆਂ ਮਨ ਦੇ ਅੰਦਰ, ਜੋ ਹੈ ਸੀ ਉਹ ਵੀ ਗਵਾ ਬੈਠਾ। ਇਹਨਾਂ ਕਲਪਨਾਵਾਂ 'ਚ ਚਿਤਵਣੀਆਂ ਦੇ ਅੰਦਰ ਜੋ ਹੁੰਦਾ ਹੈ ਬੰਦੇ ਕੋਲ, ਮਨੁੱਖ ਉਹ ਵੀ ਗਵਾ ਬੈਠਦਾ, ਉਹਦਾ ਵੀ ਆਨੰਦ ਰਸ ਨਹੀਂ ਮਾਣ ਸਕਦਾ। ਸੋ ਮਨ ਦਾ ਹਿਸਾਬ ਕਿਤਾਬ ਵੀ ਗੁਰਮੁਖੋ ਇਸੇ ਤਰ੍ਹਾਂ ਦਾ ਹੈ। ਇਹ ਆਪ ਚਿਤਵਣੀ ਪੈਦਾ ਕਰਦਾ ਹੈ। ਬਾਣੀ ਨੇ ਇਹਨੂੰ ਪੰਛੀ ਵੀ ਕਿਹਾ, ਬਾਣੀ ਨੇ ਇਸ ਨੂੰ ਕੁੱਕਰ ਵੀ ਕਿਹਾ। ਇਹ ਭੌਂਕਦਾ ਹੈ, 10 ਦਿਸ਼ਾ ਜਾਂਦਾ ਹੈ। ਕਈ ਰੂਪ ਬਾਣੀ ਨੇ ਬਿਆਨ ਕੀਤੇ ਨੇ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਇਹ ਸ਼ਕਤੀ ਵੀ ਹੈ, ਇਹ ਸੀਓ ਵੀ ਹੈ, ਇਹ ਪਦਾਰਥ ਨਾਲ ਵੀ ਜੁੜ ਜਾਂਦਾ ਹੈ।
ਇਹ ਪੰਜਾਂ ਤੱਤਾਂ ਦੇ ਨਾਲ ਵੀ ਜੁੜਿਆ। ਇਹਦਾ ਕੋਈ ਆਪਣਾ ਰੂਪ ਨਹੀਂ ਹੈ, ਵਜੂਦ ਨਹੀਂ ਹੈ। ਤੇ ਮਨ ਆਦੀ ਹੈ ਕਲਪਨਾ 'ਚ ਰਹਿਣ ਦਾ, ਝੂਠ 'ਚ ਰਹਿਣ ਦਾ, ਉੱਥੇ ਜ਼ਿਆਦਾ ਹੀ ਰਹਿੰਦਾ। ਗਿਆਨ ਵਾਲੇ ਪਾਸੇ ਔਖਾ ਹੁੰਦਾ, ਕਿਉਂਕਿ ਗਿਆਨ ਵਿੱਚ ਸਾਹਿਬ ਜੀ ਕਹਿੰਦੇ ਗਿਆਨ ਕਾ ਬੱਧਾ ਮਨ ਰਹੇ। ਗਿਆਨ ਵਿੱਚ ਇਸ ਨੂੰ ਮਰਿਆਦਾ ਮਿਲਦੀ ਹੈ, ਫਿਰ ਉੱਥੇ ਰਹਿਣਾ ਨਹੀਂ ਚਾਹੁੰਦਾ। ਤੇ ਅਗਿਆਨਤਾ ਵਿੱਚ ਜਿੱਧਰ ਮਰਜ਼ੀ ਭਟਕੇ, ਜੋ ਮਰਜ਼ੀ ਕਰੇ। ਤੇ ਮਨ ਜ਼ਿਆਦਾ ਕਲਪਨਾਵਾਂ ਵਿੱਚ ਰਹਿੰਦਾ ਹੈ, ਤੇ ਕਲਪਨਾ ਦੇ ਵਿੱਚ ਮਨ ਚੰਚਲੀ ਹੁੰਦਾ ਹੈ ਬਹੁਤ ਜ਼ਿਆਦਾ। ਤੇ ਜਿਹੜਾ ਗਿਆਨ ਕਾ ਬੱਧਾ ਮਨ ਰਹਿ, ਗੁਰਬਿਨ ਗਿਆਨ ਨਾ ਹੋਏ। ਜਦੋਂ ਮਨ ਗਿਆਨ ਦਾ ਵੱਜ ਗਿਆ, ਇਸ ਨੂੰ ਆਪਣੇ ਅਸਲੇ ਵਜੂਦ ਦਾ ਬੋਧ ਹੋ ਜਾਂਦਾ, ਭਟਕਣਾ ਮੁੱਕ ਜਾਂਦੀ ਸਦੀਵੀ ਵਾਸਤੇ। ਤੇ ਜਿੰਨੀ ਕਲਪਨਾ, ਜਿੰਨੇ ਖਿਆਲ, ਓਨੇ ਦੁੱਖ, ਓਨੀਆਂ ਵਾਸ਼ਨਾਵਾਂ ਵੱਧਦੀਆਂ ਨੇ। ਤੇ ਗੁਰਦੇਵ ਕਹਿੰਦੇ ਸੁਪਨਾ ਹੈ ਜਗ ਸੁਪਨੇ ਵਰਗਾ ਹੈ, ਇਨ ਮੈਂ ਕਛ ਤੇਰੋ ਨਹੀਂ, ਨਾਨਕ ਕਹਿਓ ਬਖਾਨ। ਇਹਦੇ 'ਚ ਤੇਰਾ ਨਹੀਂ ਹੈ। ਹਾਂ, ਵਰਤਨ ਨੂੰ ਚੀਜ਼ਾਂ ਮਿਲੀਆਂ ਨੇ, ਸਾਡੀਆਂ ਨਹੀਂ। ਜਿੰਨੇ ਵੀ ਪਦਾਰਥ ਨੇ ਸਾਡੇ ਕੋਲ, ਯਾਦ ਰੱਖਿਓ, ਅਕਾਲ ਪੁਰਖ ਨੇ ਵਰਤਨ ਵਾਸਤੇ ਦਿੱਤੀਆਂ ਨੇ। ਵਰਤ ਜਿੰਨਾ ਮਰਜ਼ੀ ਲਓ, ਪਰ ਇਹ ਹਕੀਕਤ ਹੈ ਸਾਡਾ ਨਹੀਂ। ਜੇ ਸਾਡਾ ਹੁੰਦਾ ਫਿਰ ਛੁੱਟਦਾ ਕਿਉਂ? ਫਿਰ ਤੇ ਨਾਲ ਹੀ ਜਾਣਾ ਚਾਹੀਦਾ ਸੀ, ਨਾਲ ਰਹਿਣਾ ਚਾਹੀਦਾ ਸੀ, ਪਰ ਇਹ ਹੈ ਨਹੀਂ ਸਾਡਾ। ਭਗਤ ਕਬੀਰ ਜੀ ਕਹਿਣ ਲੱਗੇ, ਮਨ ਰਹਿੰਦਾ ਹੈ ਨਾ ਜਿੱਦਾਂ ਸੁਪਨੇ 'ਚ। ਇੱਕ ਪਿੰਜਰਾ ਸੀ, ਬਾਣੀ ਦਾ ਬਚਨ, ਇੱਕ ਪਿੰਜਰਾ ਹੈ, ਉਹਦੇ ਵਿੱਚ ਇੱਕ ਪੰਛੀ ਹੈ। ਉਹ ਪੰਛੀ ਕੋਲ ਚੂਰੀ ਰੋਜ਼ ਮਿਲ ਜਾਂਦੀ ਹੈ, ਉਹਦੇ ਕੋਲ ਪਾਣੀ ਦੀ ਠੂਠੀ ਪਈ ਹੈ, ਉਹਦੇ ਕੋਲ ਚੂਰੀ ਪਈ ਹੋਈ ਹੈ, ਖਾਣ ਦੇ ਪਦਾਰਥ ਪਏ ਨੇ। ਪਰ ਕੀ ਹੁੰਦਾ ਹੈ, ਇੱਕ ਬਿੱਲਾ ਰੋਜ਼ ਪੰਜਾ ਮਾਰਦਾ ਉਸ ਦੇ ਪਿੰਜਰੇ 'ਤੇ। ਸਲਾਖਾਂ ਅਜੇ ਮਜ਼ਬੂਤ ਨੇ, ਰੋਜ਼ ਪੰਜਾ ਵੱਜਦਿਆਂ ਸਲਾਖਾਂ ਕਮਜ਼ੋਰ ਹੁੰਦੀਆਂ ਕਮਜ਼ੋਰ ਹੋ ਜਾਂਦੀਆਂ ਨੇ। ਅੱਜ ਉਸ ਬਿੱਲੇ ਨੇ ਮਾਰਿਆ, ਪੰਜਾ ਸਲਾਖਾਂ ਟੁੱਟ ਗਈਆਂ, ਪੰਛੀ ਨੂੰ ਫੜ ਕੇ ਲੈ ਗਿਆ। ਉਹਦੀ ਠੂਠੀ, ਉਹਦੀ ਚੂਰੀ ਜਿਹਦਾ ਮਾਣ ਕਰਦਾ ਸੀ, ਉੱਥੇ ਦੇ ਉੱਥੇ ਪਈਆਂ ਰਹਿ ਗਈਆਂ। ਕਹਿਤ ਕਬੀਰ ਸੁਨੋ ਰੇ ਸੰਤੋ, ਮੇਰੀ ਮੇਰੀ ਝੂਠੀ, ਚਿਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੂਟੀ। ਭਗਤ ਕਬੀਰ ਜੀ ਕਹਿੰਦੇ, ਪਿਆਰਿਓ, ਆ ਮਾਣ ਨਾ ਕਰਿਓ, ਝੂਠ ਦਾ ਮਾਣ ਨਾ ਕਰਿਓ। ਮੇਰੀ ਮੇਰੀ ਝੂਠੀ ਹੈ, ਚਿਰਗਟ ਫਾਰ ਚਟਾਰਾ ਲੈ ਗਇਓ। ਉਸ ਪਿੰਜਰੇ ਨੂੰ ਤੋੜ ਕੇ ਉਹ ਲੈ ਗਿਆ ਉਸ ਨੂੰ, ਤਰੀ ਤਾਗਰੀ ਛੂਟੀ। ਹੁਣ ਉਹਦੀ ਚੂਰੀ ਵੀ ਪਈ ਹੈ, ਪਾਣੀ ਦੀ ਠੂਠੀ ਵੀ ਪਈ ਹੈ, ਉੱਥੇ ਦੀ ਉੱਥੇ ਪਈਆਂ। ਗੁਰਮੁਖੋ, ਸੰਸਾਰ ਜ਼ਮੀਨਾਂ ਉੱਥੇ ਦੀ ਉੱਥੇ ਪਈਆਂ ਨੇ। ਕਿੰਨੇ ਰਾਜੇ ਸਨ ਭੂਮੀ ਦੇ ਮਾਲਕ ਬਣਨ ਵਾਲੇ, ਘਰ ਉੱਥੇ ਦੇ ਉੱਥੇ ਹੀ ਪਏ, ਜ਼ਮੀਨ ਉੱਥੇ ਦੇ ਉੱਥੇ ਪਈ ਹੈ। ਬੰਦਾ ਮਾਣ ਦੇ ਨਾਲ ਵੈਰ ਵਿਰੋਧ ਕਰਦਾ, ਹੰਕਾਰ ਕਰਦਾ, ਪਰ ਸਾਹਿਬ ਜੀ ਕਹਿੰਦੇ ਵਰਤ ਲੈ ਉਸ ਰੱਬ ਦੀ ਦਾਤ ਜਾਣ ਕੇ। ਪਰ ਇਹ ਯਾਦ ਰੱਖੀ, ਇੱਥੇ ਰਹਿਣੇ ਨੇ। ਜਿਸ ਆਸਨ ਹਮ ਬੈਠੇ ਕੇਤੇ ਬੈਸ ਗਏ। ਪਤਾ ਨਹੀਂ ਕਿੰਨੇ ਸ਼ਹਿਰ 'ਚ ਰਹਿ ਗਏ ਤੇ ਕਿੰਨਿਆਂ ਨੇ ਰਹਿ ਜਾਣਾ। ਪਤਾ ਨਹੀਂ ਕਿੰਨੇ ਧਰਤੀ ਨੂੰ ਵਰਤਣ ਵਾਲੇ ਮਾਲਕ ਆਏ, ਕਿੰਨੇ ਚਲੇ ਗਏ। ਇਸ ਵਾਸਤੇ ਸਾਹਿਬ ਜੀ ਕਹਿੰਦੇ ਉਸ ਮਾਲਕ ਦਾ ਚੇਤਾ ਰੱਖੀ, ਉਹਨੂੰ ਨਾ ਕਦੇ ਭੁੱਲ ਜਾਈ। ਸਤਿਗੁਰੂ ਨਾਨਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਇਹ ਮੈਂ ਬਖਾਨ ਕਰਦਾ ਹਾਂ, ਆਖਦਾ ਹਾਂ। ਗਰਭ ਕਰਤ ਹੈ ਦੇਹ ਕੋ, ਬਿਨ ਸਹਿ ਛਿਨ ਮੈਂ ਮੀਤ। ਜੇ ਪ੍ਰਾਨੀ ਹਰ ਜਸ ਕਹਿਓ, ਨਾਨਕ ਤੇਹ ਜਗ ਜੀਤ। ਹੁਣ ਹੰਕਾਰ ਕਰਦਾ। ਸਭ ਤੋਂ ਪਹਿਲੋਂ ਸ਼ਾਇਦ ਹੰਕਾਰ ਹੀ ਇਸ ਤਨ ਤੋਂ ਸ਼ੁਰੂ ਹੁੰਦਾ। ਆਪਣੀ ਹੋਂਦ ਵੱਖਰੀ ਸਮਝ ਲਈ। ਤਨ ਤੋਂ ਬਾਅਦ ਹੰਕਾਰ ਬੰਦੇ ਨੂੰ ਮਨ ਦਾ ਹੈ। ਮਨ ਦਾ ਅਰਥ ਹੈ ਆਪਣੀ ਸਮਝ, ਚਲਾਕੀ ਦਾ। ਤੀਸਰਾ ਹੰਕਾਰ ਖਲੋਤਾ ਹੁੰਦਾ ਤਨ 'ਤੇ। ਤਾਂ ਕਰਕੇ ਸਿਆਣਿਆਂ ਨੇ ਕਿਹਾ, 3 ਜਾਣੇ ਜ਼ਿਆਦੇ ਹੰਕਾਰੀ ਹੋਣਗੇ, ਧਨਵਾਨ, ਭਲਵਾਨ ਤੇ ਗੁਣਵਾਨ।
कोई ज्ञानी होए वो कहता भी मेरे वर्गा है ही कोई नहीं। ਧਨਵਾਨ ਹੰਕਾਰ ਧਨ ਤੇ ਖਲੋਤਾ ਹੈ, ਗੁਣਵਾਨ ਹੰਕਾਰ ਮਨ ਤੇ ਖਲੋਤਾ ਹੈ। ਭਾਗਾਂ ਵਾਲਿਓ, ਭਲਵਾਨ ਹੰਕਾਰ ਖਲੋਤਾ ਹੈ ਤਨ ਦੇ ਉੱਤੇ, ਪਰ ਸ਼ੁਰੂਆਤ ਇਹਦੀ ਤਨ ਤੋਂ ਹੁੰਦੀ ਹੈ। ਜਨਮ ਹੋਇਆ, ਮਾਲਕ ਨੂੰ ਵਿਸਰ ਗਏ। ਜਿਸ ਕਰਤੇ ਨੇ ਜੀਵਨ ਦਿੱਤਾ, ਸਹਿਜੇ ਸਹਿਜੇ ਜਿਵੇਂ ਚੇਤਨਤਾ ਵਧੀ, ਮਨ ਦਾ ਵਿਕਾਸ ਹੋਇਆ, ਸਹਿਜੇ ਸਹਿਜੇ ਆਪਣੇ ਅਸਲੇ ਨੂੰ ਭੁੱਲਦਾ ਜਾਂਦਾ ਜਾਂਦਾ ਹੈ। ਹੁਣ ਕਾਹਦਾ ਹੰਕਾਰ? ਤਾਂ ਕਰਕੇ ਆਪਾਂ ਬਹੁਤ ਵਾਰ ਕਹਿੰਦੇ ਹਾਂ ਵੀ ਗੁਰੂ ਨੂੰ ਤਨ ਮਨ ਧਨ ਦੇਈਏ। ਉਹਦਾ ਅਰਥ ਹੈ ਮੁਕੰਮਲ ਤੌਰ 'ਤੇ ਗੁਰੂ ਕੋਲ ਸਮਰਪਿਤ ਹੋ ਜਾਣਾ, ਮੁਕੰਮਲ ਤੌਰ 'ਤੇ। ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ। ਹੁਣ ਮੇਰਾ ਹੰਕਾਰ ਕਿੱਥੇ ਖਲੋਏਗਾ? ਮੇਰੀ ਮੈਂ ਨੂੰ ਖਲੋਣ ਨੂੰ ਤੇ ਥਾਂ ਹੀ ਨਹੀਂ ਮਿਲੀ। ਫਿਰ ਮੈਂ ਨਿਕਲ ਜਾਂਦੀ ਹੈ, ਤੂੰ ਤੇਰਾ ਤੇਰਾ ਹੋ ਜਾਂਦਾ। ਸਾਹਿਬ ਜੀ ਕਹਿੰਦੇ ਹੰਕਾਰ ਕਰਦਾ ਤੂੰ ਤਨ ਦਾ, ਪਰ ਕਿੰਨੇ ਤਨ ਰੁਲੇ ਨੇ। ਕਬੀਰ ਜੀ ਕਹਿੰਦੇ ਨੇ, ਭਗਤ ਜੀ ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ, ਜਿਉ ਕਾਚੁਰੀ ਭੁਜੰਗ। ਸੱਪ ਜਿਵੇਂ ਆਪਣੀ ਕੁੰਜ ਲਾ ਕੇ ਤੁਰ ਜਾਂਦਾ ਹੈ, ਇਸੇ ਤਰ੍ਹਾਂ ਕੁਝ ਵਕਤ ਤੋਂ ਬਾਅਦ ਇਸ ਜੀਵ ਆਤਮੇ ਨੇ ਅੱਗੇ ਤੁਰ ਪੈਣਾ ਹੈ। ਤਨ ਇੱਥੇ ਦਾ ਇੱਥੇ ਪਿਆ ਰਹਿਣਾ। ਬੀਰਾ ਬੀਰਾ ਕਰ ਰਹੀ ਬੀਰ ਭਏ ਬਹਿਰਾਏ, ਬੀਰ ਚਲੇ ਘਰ ਆਪਣੇ ਬਹਿਣ ਬਿਰਹਿ ਜਲ ਜਾਏ। ਆ ਤਨ ਪੁਕਾਰਦਾ ਹੈ ਜੀਵ ਆਤਮੇ ਨੂੰ, ਦੇਹੀ ਪੁਕਾਰਦੀ ਹੈ, ਹੇ ਵੀਰ, ਹੇ ਭਰਾ ਮੈਨੂੰ ਛੱਡ ਕੇ ਨਾ ਜਾਈ। ਭਰਾ ਕਹਿੰਦਾ ਮੈਂ ਆਪਣੇ ਘਰ ਚੱਲਿਆ। ਪਿੱਛੋਂ ਇਹ ਦੇਹੀ ਰੂਪੀ ਭੈਣ ਜਿਹੜੀ ਹੈ ਬਿਨਸ ਜਾਂਦੀ ਹੈ, ਮੁੱਕ ਜਾਂਦੀ ਹੈ, ਕੋਈ ਵਜੂਦ ਨਹੀਂ ਰਹਿ ਜਾਂਦਾ ਇਹਦਾ। ਕਾਹਦਾ ਹੰਕਾਰ? ਸਾਹਿਬ ਜੀ ਕਹਿੰਦੇ ਭਾਈ ਕਰਪੂਰ ਪੋਪ ਸੁਗੰਧਾ, ਪਰਸੈ ਮਨੁੱਖਿਆ ਦੇਹ ਮਿਲਨ। ਗੁਰਦੇਵ ਜੀ ਕਹਿੰਦੇ ਵੇਖਿਓ ਤੁਸੀਂ ਸੋਹਣੇ ਫੁੱਲ, ਸੋਹਣੀਆਂ ਸੁਗੰਧੀਆਂ, ਸੋਹਣੇ ਅਤਰ ਬੰਦਾ ਆਪਣੇ ਤਨ ਤੇ ਮਲਦਾ ਹੈ, ਪਰ ਕੁਝ ਸਮੇਂ ਬਾਅਦ ਉਹ ਸੁਗੰਧੀਆਂ ਵੀ ਦੁਰਗੰਧੀਆਂ 'ਚ ਬਦਲ ਜਾਂਦੀਆਂ ਨੇ। ਨਾਨਕ ਹੱਥ ਕਰਪੇ ਅਗਿਆਨਣੋ। ਸਾਹਿਬ ਜੀ ਕਹਿੰਦੇ ਇਸ ਹੰਕਾਰ ਵਿੱਚ ਹੀ ਅਗਿਆਨੀ ਫਿਰਦਾ, ਜਿਹੜਾ ਆਪ ਕਿਸੇ ਸਵੱਛ ਚੀਜ਼ ਨੂੰ ਮਲੀਨ ਕਰਕੇ ਸੁੱਟ ਦਿੰਦਾ ਹੈ। ਇਹ ਅਗਿਆਨੀ ਉਹਦਾ ਹੀ ਹੰਕਾਰ ਆਪਣੇ ਜੀਵਨ ਵਿੱਚ ਪਾਲ ਕੇ ਬਹਿ ਜਾਂਦਾ ਹੈ। ਚੰਗਾ ਹੁੰਦਾ ਤਨ ਦਿੱਤਾ ਹੈ ਮਾਲਕ ਨੇ, ਮਾੜਾ ਨਹੀਂ। ਸੁੰਦਰ ਤਨ ਦਿੱਤਾ ਹੈ, ਮਾੜਾ ਨਹੀਂ। ਧੰਨ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਅੱਜ ਸੁੰਦਰ ਤਨ ਨੇ। ਕਿਹੜਾ? ਇੱਕ ਸੋਹਣੇ ਬਾਗ ਵਿੱਚ। ਰਾਜੇ ਨੇ ਵੀ ਸੋਚਿਆ ਸੀ, ਕਿਉਂਕਿ ਕਈ ਵਾਰ ਨਕਲ ਇੰਨੀ ਕੁ ਪ੍ਰਧਾਨ ਹੋ ਜਾਂਦੀ, ਬੰਦਾ ਅਸਲ ਤੇ ਵੀ ਸ਼ੱਕ ਕਰਕੇ ਬਹਿ ਜਾਂਦਾ। ਕਿੰਨਿਆਂ ਨੇ ਗੁਰੂ ਨਾਨਕ ਦਾ ਨਾਮ ਵਰਤ ਕੇ ਰਾਜੇ ਨੂੰ ਭੁਲੇਖੇ 'ਚ ਪਾਇਆ। ਰਾਜਾ ਨੂੰ ਆਸ ਸੀ ਵੀ ਗੁਰੂ ਨਾਨਕ ਸੱਚ ਰੂਪ ਜ਼ਰੂਰ ਦਰਸ਼ਨ ਦੇਣਗੇ। ਤਾਂ ਅੱਜ ਗੁਰੂ ਨਾਨਕ ਸਾਹਿਬ ਬੈਠੇ ਨੇ ਬਾਗ ਅੰਦਰ, ਸਾਹਮਣੇ ਨੱਚਣ ਵਾਲੇ ਨੇ ਬੀਬੀਆਂ, ਹੋਰ ਸੋਹਣੇ ਤਨ, ਸੋਹਣੇ ਸ਼ਿੰਗਾਰ, ਸੋਹਣਾ ਜੋਬਨ। ਬਾਬਾ ਨਾਨਕ ਧੰਨ ਗੁਰੂ ਸੱਚੇ ਪਾਤਸ਼ਾਹ ਆਪਣੇ ਮੁਖ ਤੋਂ ਬਚਨ ਕਹਿੰਦੇ ਨੇ, ਗਾਛੋ ਪੁੱਤਰੀ ਰਾਜ ਕੁਆਰ। ਗਾਛੋ ਦਾ ਅਰਥ ਹੈ ਚਲੀਆਂ ਜਾਓ। ਹੇ ਪੁੱਤਰੀਓ, ਹੇ ਰਾਜਕੁਮਾਰੀਓ, ਹੇ ਸੋਹਣੇ ਵੇਸ਼ ਤਨ ਤੇ ਧਾਰਨ ਕੀਤੇ ਹੋਏ ਨੇ ਤੁਸੀਂ, ਗਾਛੋ ਚਲੀਆਂ ਜਾਓ, ਸੱਚ ਭਣੋ। ਸਾਹਿਬ ਜੀ ਕਹਿੰਦੇ ਸੱਚ ਮਾਲਕ ਨੂੰ ਚੇਤੇ ਰੱਖਿਓ। ਦੋ ਤਸਵਾਰ ਜਿਸ ਮਾਲਕ ਨੇ ਸਵਾਰਿਆ, ਜਿਹੜਾ ਵਾਹਿਗੁਰੂ ਸਾਨੂੰ ਸੁੰਦਰਤਾ ਬਖਸ਼ਦਾ ਹੈ, ਉਸ ਮਾਲਕ ਵਾਹਿਗੁਰੂ ਨੂੰ ਚੇਤੇ ਕਰੋ। ਇਹ ਸੁੰਦਰਤਾ ਜੇ ਮਾਲਕ ਨੇ ਬਖਸ਼ੀ ਹੈ, ਵਾਸ਼ਨਾ ਨਾ ਪੈਦਾ ਕਰੇ, ਉਹਦੀ ਸਿਫਤ ਪੈਦਾ ਕਰੇ। ਮੁਬਾਰਕ ਹੈ ਤਨ, ਮਾਲਕ ਨੇ ਸੋਹਣੀ ਦੇਹੀ ਦਿੱਤੀ। ਜੇ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾ ਕੀ ਭਗਤ ਕਰੇ। ਜਿਸ ਦੀ ਕਿਰਪਾ ਨਾਲ ਸੋਹਣੀ ਦੇਹੀ ਮਿਲੀ ਹੈ, ਸਤਿਗੁਰ ਕਹਿੰਦੇ ਉਹਦੀ ਭਗਤ ਕਰ, ਇਹਦਾ ਗੁਮਾਨ ਨਾ ਪਾਲ ਕੇ ਬਹਿ ਜਾਈ। ਕਿੰਨੇ ਰਾਜੇ ਆਏ, ਇੱਕ ਸਾਈਂ ਬਹਿਲੋਲ ਫਕੀਰ ਹੋਇਆ, ਉਹ ਅਕਸਰ ਹੀ
ਇਕਾਂਤ ਵਿੱਚ ਜਾਂ ਮੜੀਆਂ ਵਾਲੇ ਪਾਸੇ ਜਾਂਦਾ ਹੈ। ਅੱਜ ਸ਼ਾਮ ਦਾ ਵਕਤ ਹੈ, ਕਬਰ ਨੂੰ ਫਰੋਲੇ। ਉੱਥੋਂ ਦਾ ਸ਼ਾਹ ਰਾਜਾ ਸਿੰਘ ਜਿਹੜਾ ਆਇਆ, ਕਹਿਣ ਲੱਗਾ ਬੜੀ ਵੱਡੀ ਗੁਸਤਾਖੀ ਕਰ ਰਹੇ, ਤੈਨੂੰ ਪਤਾ ਨਹੀਂ ਇਹ ਗੁਨਾਹ ਹੈ ਬੜਾ ਵੱਡਾ, ਕਿਸੇ ਮੁਰਦੇ ਦੀ ਕਬਰ ਫਰੋਲ ਕੇ ਉਹਦੇ ਮੂੰਹ ਨੂੰ ਵੇਖਣਾ। ਬਹਿਲੋਲ ਕਹਿਣ ਲੱਗਾ ਰਾਜਨ, ਅਸਲ ਵਿੱਚ ਮੈਂ ਇਹਦੇ ਕੋਲੋਂ ਕੁਝ ਪੁੱਛ ਰਿਹਾ। ਕੁਝ ਮਹੀਨੇ ਪਹਿਲੋਂ ਮੈਂ ਇਹਦੇ ਮਹਿਲ ਗਿਆ ਸਾਂ, ਤੇ ਜਿਹਦੇ ਮਹਿਲਾਂ 'ਚ ਕਿੰਨੇ ਸਾਧਨ ਇਹਦੀ ਸੇਜ ਤੇ ਫੁੱਲ ਵਿਛਦੇ ਸਨ, ਇਹਦੇ ਕੋਲ ਸੁਗੰਧੀਆਂ ਸਨ, ਕਿੰਨੇ ਸੋਹਣੇ ਗਹਿਣੇ ਪਦਾਰਥ ਸਨ। ਤੇ ਕਹਿਣ ਲੱਗਾ ਰਾਜਨ, ਮੈਂ ਤੇ ਇਹਨੂੰ ਇਹੀ ਪੁੱਛ ਰਿਹਾ ਭਾਈ, ਕੀ ਤੈਨੂੰ ਕਬਰ ਵਿੱਚ ਵੀ ਸਭ ਕੁਝ ਮਿਲੇ? ਕੀ ਵੈਸਾ ਬਿਸਤਰਾ ਮਿਲਿਆ? ਕਿ ਉਹ ਸੁੱਖ ਦੇ ਸਾਧਨ ਤੂੰ ਅਜੇ ਵੀ ਭੋਗ ਰਿਹਾ ਹੈ, ਜਿਨ੍ਹਾਂ ਨੂੰ ਭੋਗਦਾ ਹੋਇਆ ਉਸ ਦਾਤੇ ਨੂੰ ਤੂੰ ਵਿਸਾਰ ਬੈਠਾ ਸੀ। ਤੇ ਕਹਿਣ ਲੱਗਾ ਰਾਜਨ, ਕਦੇ ਤੇਰਾ ਵੀ ਇਹ ਹਾਲ ਨਾ ਹੋਵੇ। ਕਬਰ 'ਚ ਆਉਣ ਤੋਂ ਪਹਿਲੋਂ ਤੂੰ ਸਬਰ ਵਿੱਚ ਰਹਿ ਕੇ ਉਸ ਖੁਦਾ ਦਾ ਸਦਾ ਸ਼ੁਕਰਾਨਾ ਕਰੀ। ਨਹੀਂ ਤੇ ਬਾਬਾ ਫਰੀਦ ਜੀ ਦਾ ਬੋਲ ਬਾਣੀ ਦੇ ਅੰਦਰ ਬੜੇ ਪਿਆਰੇ ਬੋਲ ਗਏ ਨੇ, ਇੱਟ ਸਰਾਣੇ ਭੋਏ ਸਵਣ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ, ਇਕਤ ਪਿਆਂ ਫਾਸ। ਜਿਵੇਂ ਇਸਲਾਮ ਦੇ ਵਿੱਚ ਮੁਰਦੇ ਨੂੰ ਦਫਨਾਉਂਦੇ ਨੇ, ਉਸੇ ਚਿੱਤਰ ਨੂੰ ਬਾਬਾ ਫਰੀਦ ਜੀ ਨੇ ਸਾਡੇ ਸਾਹਮਣੇ ਰੱਖਿਆ। ਪਤਾ ਨਹੀਂ ਕਿੰਨਾ ਸਮਾਂ ਪਿਆ ਉੱਥੇ, ਇਕਤ ਪਿਆਂ ਪਾਸ, ਕਿਸੇ ਨੇ ਨਹੀਂ ਉਠਾਉਣਾ, ਕਿਸੇ ਨੇ ਨਹੀਂ ਹਿਲਾਉਣਾ। ਜਿੰਨਾ ਚਿਰ ਤੱਕ ਤੇਰੇ ਕਹਿਣ 'ਤੇ ਸਰੀਰ ਹਿੱਲ ਰਿਹਾ, ਜ਼ੁਬਾਨ ਬੋਲ ਰਹੀ ਹੈ, ਅੱਖਾਂ ਦੇਖ ਰਹੀਆਂ ਨੇ, ਹੱਥ ਪੈਰ ਕੁਝ ਕੰਮ ਕਰਦੇ ਨੇ, ਉਸ ਮਾਲਕ ਵਾਹਿਗੁਰੂ ਦਾ ਧਿਆਨ ਜ਼ਰੂਰ ਧਰ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਨੀ, ਅਬ ਨਾ ਭਜਸ ਭਜਸ ਕਬ ਪਾਈ, ਆਵੈ ਅੰਤ ਨਾ ਭਜਿਆ ਜਾਈ। ਹੇ ਪ੍ਰਾਣੀ, ਇਸ ਹੰਕਾਰ 'ਚ ਨਾ ਪਈ। ਗਰਭ ਕਰਤ ਹੈ ਦੇਹ ਕੋ, ਬਿਨਸੈ ਛਿਨਮੈ ਮੀਤ, ਜਿਸ ਦੇਹੀ ਦਾ ਹੰਕਾਰ ਕਰਦਾ ਬਹੁਤ ਛੇਤੀ ਇਹ ਬਿਨਸ ਜਾਂਦੀ ਹੈ। ਜਿਹ ਪ੍ਰਾਨੀ ਹਰ ਜਸ ਕਹਿਓ, ਜਿਸ ਪ੍ਰਾਣੀ ਨੇ ਮਾਲਕ ਦੀ ਸਿਫਤੀ ਕੀਤੀ ਹੈ, ਜਸ ਆਖਿਆ ਹੈ ਨਾਨਕ, ਤੇਹ ਜਗ ਜੀਤ, ਉਸਨੇ ਹੀ ਜਗਤ ਨੂੰ ਜਿੱਤਿਆ ਹੈ। ਆਪਣੇ ਆਪ ਨੂੰ ਜਿੱਤਣ ਵਾਲਾ ਜਗਤ ਦਾ ਵਿਜੇਤਾ ਬਣ ਜਾਂਦਾ ਹੈ। ਦੁਨੀਆ ਨੂੰ ਜਿੱਤਣ ਵਾਲੇ ਹਾਰ ਕੇ ਜਾਂਦੇ ਨੇ। ਤੁਸੀਂ ਔਰੰਗਜ਼ੇਬ ਪੜ੍ਹ ਲਿਓ, ਚਲੋ ਸਤਿਗੁਰ ਦਾ ਜ਼ਫਰਨਾਮਾ ਹੀ ਪੜ੍ਹ ਲਿਓ ਤੁਸੀਂ। ਅਖੀਰ ਦੇ ਵੇਲੇ ਦੁਨੀਆ ਨੂੰ ਜਿੱਤਣ ਵਾਲਾ ਬਾਦਸ਼ਾਹ ਅੱਖਾਂ ਵਿੱਚ ਅਥਰੂ ਨੇ, ਅੱਜ ਰੋ ਰਿਹਾ, ਅੱਜ ਕਹਿ ਰਿਹਾ ਆਪਣੀ ਧੀ ਨੂੰ, ਧੀਏ ਅੱਜ ਮੇਰੀ ਅੱਖਾਂ 'ਚੋਂ ਅਥਰੂ ਨੇ, ਮੈਂ ਸਮਝਦਾ ਸਾਂ ਮੈਂ ਦੁਨੀਆ ਜਿੱਤ ਲਈ ਹੈ, ਪਰ ਅੱਜ ਮੈਨੂੰ ਲੱਗਦਾ ਦੁਨੀਆ ਦਾ ਸਭ ਤੋਂ ਹਾਰਿਆ ਹੋਇਆ ਮਨੁੱਖ ਮੈਂ ਹੀ ਹਾਂ। ਇੱਕੋ ਬੰਦਾ ਹੈ ਜਿਹਨੂੰ ਆਪਾਂ ਜਿੱਤ ਸਕਦੇ ਹਾਂ, ਅਸੀਂ ਆਪਣੇ ਆਪ ਨੂੰ। ਮਨ ਜੀਤੈ ਜਗ ਜੀਤ। ਤੇ ਜੀਵਨ ਉਹਨਾਂ ਨੇ ਜਿੱਤਿਆ ਜਿਨ੍ਹਾਂ ਨੇ ਕਰਤੇ ਦੀ ਸਿਫਤ ਕੀਤੀ ਹੈ। ਧੰਨ ਧੰਨ ਬਾਬਾ ਬੁੱਢਾ ਜੀ, ਜੀਵਨ ਦੀ ਬਾਜੀ ਜਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਵਧਾਈਆਂ ਦਿੰਦੇ ਨੇ, ਭਾਈ ਐਸਾ ਕੋਈ ਗੁਰਮੁਖ ਹੁੰਦਾ ਹੈ ਜਿਹੜਾ ਜੀਵਨ ਦੀ ਬਾਜੀ ਨੂੰ ਜਿੱਤ ਜਾਂਦਾ ਹੈ। ਨਹੀਂ ਤੇ ਸਾਹਿਬ ਜੀ ਕਹਿੰਦੇ, ਇਸ ਝੂਠ ਦੇ ਗੁਮਾਨ ਵਿੱਚ, ਤਨ ਦੇ ਹੰਕਾਰ ਵਿੱਚ, ਮੈਂ ਮੇਰੀ 'ਚ ਬੰਦੇ ਦੀ ਜ਼ਿੰਦਗੀ ਲੰਘ ਜਾਂਦੀ ਹੈ। ਤੇ ਲੰਘਣ ਲੱਗਿਆਂ ਵੀ ਪਤਾ ਨਹੀਂ ਲੱਗਦਾ। ਕਿਸੇ ਵੀ ਤੁਸੀਂ ਬਜ਼ੁਰਗ ਨੂੰ ਪੁੱਛ ਲਓ, ਮੈਂ ਤੇ ਪੁੱਛਦਾ ਹੁੰਨਾ ਬਾਬਾ, ਕਿਉਂਕਿ ਸਾਡਾ ਸਾਥ ਬਹੁਤਾ ਰਹਿੰਦਾ ਹੈ, ਕਿਉਂਕਿ ਸੰਗਤ ਵਿੱਚ ਗੁਰਮੁਖ ਪਿਆਰੇ ਵਡੇਰੀ ਉਮਰ ਦੇ ਜ਼ਿਆਦਾ ਹੁੰਦੇ ਨੇ। ਕਿੱਥੇ ਗਏ 75 ਸਾਲ 80 ਸਾਲ? ਤੇ ਪੁੱਛ ਕੇ ਵੇਖ ਲਿਓ, ਬੰਦਾ ਕਹਿੰਦਾ ਪਤਾ ਹੀ ਨਹੀਂ, ਕੱਲ੍ਹ ਦੀਆਂ ਗੱਲਾਂ ਨੇ। ਆਪਣੇ ਆਪ ਨੂੰ ਪੁੱਛ ਕੇ ਵੇਖ ਲਿਓ, ਪਿੰਨੀ ਉਮਰ ਲੰਘ ਗਈ, ਪਤਾ ਹੀ ਨਹੀਂ ਲੱਗਾ ਕਦੋਂ ਲੰਘ ਗਈ। ਇਹ ਛਿਨ ਵਿੱਚ ਹੀ ਸਭ ਕੁਝ ਬੀਤ ਜਾਂਦਾ ਹੈ। ਸਾਹਿਬ ਜੀ ਕਹਿੰਦੇ ਉਸ ਕਰਤੇ ਨੂੰ, ਮਾਲਕ ਨੂੰ ਸਦਾ ਆਪਾਂ ਧਿਆਈਏ, ਯਾਦ ਰੱਖੀਏ, ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ।